सतनाम वाहिगुरु साहिब जीओ। राम नाम उर मैं गयो, जाके सम नहीं कोई। जिह सिमरत संकट मिटै, दर्शु तुहारू होए। कवन बड़ाई कह सकूं, बेअंत गुनीता। कर कृपा मोहि नाम देहो, नानक दार सरिता। कर कृपा मोहि नाम देहो, नानक दार सरिता। गुरु सवारियो जी, अदब नाल आखो वाहिगुरु जी का खालसा, वाहिगुरु जी की फतेह। सतगुरु गुरु अमरदास साहिब सच्चे पातशाह दा अज प्रकाश दिहाड़ा है। उस लई समुची साध संगत नूं, मानवता नूं बेअंत बेअंत वारी ਵਧਾਈਆਂ। पिछलेरे दिनों तो चल रही धन गुरु तेग बहादुर साहब जी के जीवन की लड़ी, उसका अगला पक्ष मैं अज तुहाडे नाल साझा करना चाहुंदा है। विचार की शुरुआत करिए। मैं बेनती करा, एक बारी बिरतियां एकाग्र करके फिर दोबारे गुरु प्यार विच भिज के गुरु फतेह जी सांझ पाओ। प्यार नाल आखो जी, वाहिगुरु जी का खालसा, वाहिगुरु जी की फतेह। दिल्ली दी बेदर्द धरती ते सतगुरु गुरु तेग बहादुर साहब जी के प्यारे प्यारे सिखां भाई मती दास, भाई सती दास, भाई दयाला जी की शहादत हो गई। अणगिणत लोग वेखते ने, हकूमत के वफादार लोग खुश होंदे ने, मानवता के दर्दी लोग अथरू बहाउंदे ने। किहो जिहियां अखां होणगियां जिन्हां ने मती दास नूं आरे नाल चीरिया जांदा वेखिया होवेगा। कैसे वो बेदर्द दिल होणगे जिन्हां ने भाई दयाले नूं उबलदी देग विच उबालिया होवेगा। कैसे वो भावना वाले लोग होणगे जिन्हां ने सती दास नूं रूह नाल बन के शहीद कर दिता। तिन्ने गुरु दे चरनां दे भौरे अपना सिदक निभा गए। एक अनोखा इतिहास रच के सेवक की ओढ़क निभही प्रीत, जीवत साहिब सेव्यो अपना, चलते राखियो चीत दे पूरने पा गए। डॉक्टर हरबंस सिंह दिल्ली यूनिवर्सिटी, उन्होंने एक किताब लिखी है तो उहदे विच उन्हां जिक्र किया है बई इन्हां तिन्ने सिखां दा जिहड़ा संस्कार है वो गुरुद्वारा जिथे अज गुरु हरकृष्ण साहब जी का संस्कार होया सी बाला साहब, ते उत्थे संस्कार होया। गुरु के सिखां ने संस्कार किया, पर गुरु तेग बहादुर साहब की शहादत तो बाद का पक्ष है, मैं तुहाडे नाल पहलों ही साझा कर लिया। अगे चलिए। हुण वारी आई धन गुरु तेग बहादुर साहब सच्चे पातशाह दी।
ਪਿੰਜਰੇ ਵਿੱਚੋਂ ਕੱਢਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਇੱਕ ਖੂਹ ਦੇ ਕੋਲ ਬੈਠ ਕੋਤਵਾਲੀ ਦੇ ਸਾਹਮਣੇ ਹਜ਼ੂਰ ਦੇ ਕੋਲ ਕਾਜੀ ਆਇਆ। ਕਾਜੀ ਦੇ ਨਾਲ ਹੀ ਜਲਾਦ ਵੀ ਖਲੋ ਗਿਆ। ਬੜੇ ਪਿਆਰੇ ਬੋਲ ਨੇ। ਸਤਿਗੁਰੂ ਬੜੇ ਸਹਿਜ ਵਿੱਚ ਬੈਠੇ ਨੇ। ਤਿੰਨ ਸਿੱਖਾਂ ਦੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਦੇ ਮਨ ਵਿੱਚ ਰਤੀ ਮਾਤਰ ਵੀ ਕੋਈ ਐਸਾ ਮੌਤ ਦਾ ਡਰ ਪੈ ਨਹੀਂ ਹੈ। ਉਹ ਲੋਕ ਚਿਹਰੇ ਪੜ੍ਹ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਕਾਜੀ ਕੁਝ ਗੱਲਾਂ ਕਰਦਾ ਹੈ। ਸਤਿਗੁਰਾਂ ਨਾਲ ਕੁਝ ਗੱਲਾਂ ਕਰਦਾ ਹੈ। ਇਹ ਕਾਜੀ ਬੜਾ ਰਿਸ਼ਵਤੀ ਸੀ। ਕਹਿਣ ਲੱਗੇ ਵੀ ਤੁਹਾਨੂੰ ਮੈਂ ਪਹਿਲੋਂ ਦੱਸ ਦਿਆਂ, ਕੋਈ ਦੋ ਰਾਮਾ ਨਹੀਂ। ਸਾਡਾ ਜੱਦੀ ਪੁਸ਼ਤੀ, ਸਾਡੇ ਬਜ਼ੁਰਗ, ਮੇਰਾ ਪਿਛੋਕੜ ਇਸੇ ਤਰ੍ਹਾਂ ਦਾ ਹੈ। ਜਦੋਂ ਮੈਂ ਕਿਸੇ ਨੂੰ ਮੌਤ ਦਾ ਫਤਵਾ ਦਿੰਦਾ ਤਾਂ ਮੇਰੀ ਜ਼ੁਬਾਨ ਕਦੇ ਠਿੜਕਦੀ ਨਹੀਂ। ਗੱਲ ਸੁਣੀ ਜਿਵੇਂ ਸਾਨੂੰ ਆਦਤ ਹੁੰਦੀ ਵਿੱਚੋਂ ਬੋਲ ਪੈਣ ਦੀ, ਉਸੇ ਵੇਲੇ ਜਲਾਦ ਵੀ ਵਿੱਚੋਂ ਬੋਲ ਪਿਆ। ਕਹਿਣ ਲੱਗਿਆ, ਕਾਜੀ ਸਾਹਿਬ ਗੱਲ ਤੁਹਾਡੀ ਨਹੀਂ ਕੱਲੀ, ਇਹਨਾਂ ਨੂੰ ਇਹ ਵੀ ਕਹਿ ਦਿਓ ਭਈ ਜੇ ਮੌਤ ਦਾ ਫਤਵਾ ਦਿੰਦੀਆਂ ਤੁਹਾਡੀ ਜ਼ੁਬਾਨ ਨਹੀਂ ਨਾ ਠਿੜਕਦੀ ਤੇ ਮੇਰੇ ਇਹਨਾਂ ਹੱਥਾਂ ਨੇ ਕਿੰਨੇ ਲੋਕਾਂ ਦੀ ਜਾਨ ਲਈ ਹੈ। ਅਸੀਂ ਵੀ ਖਾਨਦਾਨੀ ਜਲਾਦ ਹੈ। ਕਿਸੇ ਦੇ ਧੜ ਤੋਂ ਸੀਸ ਨੂੰ ਵੱਖਰਿਆ ਕਰਦੇ ਹਾਂ। ਮੇਰਾ ਕਦੇ ਬਾਂਹ ਨਹੀਂ ਕੰਬੀ, ਮੇਰਾ ਕਦੇ ਦਿਲ ਨਹੀਂ ਧੜਕਿਆ, ਮੇਰੇ ਅੰਦਰ ਕੋਈ ਇਹੋ ਜਿਹੀ ਦਇਆ ਨਹੀਂ ਪੈਦਾ ਹੋਣੀ। ਕਿਤੇ ਕੱਲ ਆਸ ਰੱਖੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਿਹਰੇ ਵੱਲ ਵੇਖ ਰਹੇ ਨੇ। ਸਾਡੇ ਡਰਾਵੇ ਦੇ ਸ਼ਬਦਾਂ ਦਾ ਕੋਈ ਅਸਰ ਹੁੰਦਾ ਹੈ? ਜਿਨ੍ਹਾਂ ਨੇ ਨਿਰਭਉ ਨੂੰ ਜਪ ਕੇ ਨਿਰਭਉ ਦਾ ਰੂਪ ਹੋ ਗਏ ਸਨ, ਜਿਨ੍ਹਾਂ ਨੇ ਸੰਸਾਰ ਦੀ ਝੋਲੀ ਵਿੱਚ ਸ਼ਬਦ ਪਾਏ ਸਨ, ਪੈ ਕਾਹੂ ਕੋ ਦੇ ਤਨੈ ਨਹਿ ਪੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹਦੇ ਉੱਤੇ ਮੌਤ ਦਾ ਕੀ ਅਸਰ ਹੋਣਾ ਸੀ? ਇਹਨਾਂ ਸ਼ਬਦਾਂ ਦਾ ਕੀ ਅਸਰ ਹੋਣਾ ਸੀ? ਗੁਰੂ ਤੇਗ ਬਹਾਦਰ ਬਲਕਿ ਬੜੇ ਮੁਸਕਰਾ ਜੀ ਚਿਹਰੇ ਵਾਂਗੂ ਬਣਾ ਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਦਾ ਚਿਹਰਾ ਉਵੇਂ ਦਾ ਖੁਸ਼ ਖਿੜਿਆ ਹੋਇਆ ਬੜੇ ਪਿਆਰ ਨਾਲ ਕਹਿਣ ਲੱਗੇ, ਕਾਜੀ ਜੀ ਮੈਂ ਕਿੰਨਾ ਸ਼ੁਕਰ ਕਰਾਂ ਰੱਬ ਦਾ, ਮੈਂ ਕਿੰਨਾ ਸ਼ੁਕਰ ਕਰਾਂ ਰੱਬ ਦਾ। ਕਿੱਡੇ ਵਧੀਆ ਖਾਨਦਾਨਾਂ ਦਾ ਮਿਲਾਪ ਹੋਇਆ। ਤੂੰ ਖਾਨਦਾਨੀ ਕਾਜੀ, ਤੇਰੀ ਕਦੇ ਜ਼ੁਬਾਨ ਨਹੀਂ ਠਿੜਕਦੀ। ਤੂੰ ਖਾਨਦਾਨੀ ਜਲਾਦ, ਤੇਰੀ ਕਦੇ ਬਾਂਹ ਨਹੀਂ ਠਿੜਕਦੀ। ਸ਼ੁਕਰ ਕਰਾਂ ਰੱਬ ਦਾ, ਮੈਂ ਵੀ ਖਾਨਦਾਨੀ ਸ਼ਹੀਦ, ਸਾਡਾ ਕਦੇ ਸਿਦਕ ਨਹੀਂ ਠਿੜਕਦਾ ਸੱਜਣਾ। ਸਾਡੇ ਵੀ ਸਿਦਕ ਨੂੰ ਤਤੀਆਂ ਤਵੀਆਂ ਨੇ ਪਰਖਿਆ ਹੋਇਆ ਹੈ। ਸਾਡੇ ਵੀ ਸਿਦਕਾਂ ਨੂੰ ਜੰਗ ਦੇ ਮੈਦਾਨਾਂ ਨੇ ਪਰਖਿਆ ਹੋਇਆ। ਇਹ ਠਿੜਕਦਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਅਡੋਲਤਾ ਦੇਖ ਕੇ ਫਿਰ ਅੱਗਿਓਂ ਕਾਜੀ ਸਾਹਮਣੇ ਖਲੋਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਹੋ ਸਕਿਆ ਤਾਂ ਮੇਰਾ ਇੱਕ ਸੁਨੇਹਾ ਔਰੰਗਜ਼ੇਬ ਨੂੰ ਦੇਵੀਂ। ਮੈਂ ਪਿੱਛੇ ਜ਼ਿਕਰ ਕਰ ਚੁੱਕਾ ਹੋਇਆ, 1674 ਅਪ੍ਰੈਲ ਦੇ ਮਹੀਨੇ ਤੋਂ ਲੈ ਕੇ 1676 ਤੱਕ, 1674 ਤੋਂ ਲੈ ਕੇ 1676 ਤੱਕ ਔਰੰਗਜ਼ੇਬ ਹਸਨ ਅਬਦਾਲ ਹੈ, ਉਹ ਦਿੱਲੀ 'ਚ ਨਹੀਂ ਹੈ, ਯਾਦ ਰੱਖਿਓ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਰਹੀ ਹੈ 1675 ਵਿੱਚ, 77 ਵਿੱਚ। ਪਹਿਲੀ ਜਿਹੜੀ ਗ੍ਰਿਫਤਾਰੀ ਹੋਈ ਸੀ ਧਮਧਾਨ ਤੋਂ,
उस वेले औरंगजेब नाल मुलाकात हुई सी। ये सानू उस वेले दे लिखे हुए इतिहास मौसर आलमगीरी दे विचों प्राप्त होंदा है स्पष्ट रूप च। तो मैं बेनती कर रहा सा, गुरु तेग बहादुर साहब जी ने अडोलता विच जवाब दिता। हजूर कहन लगे, मेरा एक सुनेहा औरंगजेब नूं दे दई जे हो सकिया। कहन लगे, ये तरलोक सिंह गुंचा दे बोल ने, मेरी सरफरोशी दा हशर की नहीं होना। फरोश कहंदे ने बेचण वाले नूं। अज तेरे अत्याचार दे मंडी विच मैं अपना सिदक देन आया, मैं अपना सीस देन आया। मेरी सरफरोशी दा हशर की नहीं होना। मौत दा व्यापारी बन के भी तैथों जी नहीं होना। लोकां दे मौत दा व्यापारी बनन वालिया, तू अपनी मौत तो नहीं बच सकेगा। मेरी सरफरोशी दा हशर की नहीं होना। मौत दा व्यापारी बन के भी तैथों जी नहीं होना। इन्ना खून पी के भी मैनू प्यासा जापदा है तू, मैं इन्ना खून बहावांगा तैथों पी नहीं होना। सच करके जाने हो, औरंगजेब नूं भुलेखा सी। शीश गंज बन गया। गंज कहंदे ने ढेर नूं। गुरु तेग बहादुर साहब तू सरबंस दानी बन गया। जालमां नूं इतना खून पियाया, जद तक उन्हां दी प्यास ना बुझी तू खून बहाउंदा चला गया। काजी ने जदों थोड़ा जिहा थिड़किया ते हजूर उस काजी नूं गल कहंदा है, उस जलाद नूं गुरु तेग बहादुर साहब जी बचन आखते ने। ये चरण सिंह सफरी दे बोल ने। नौवें पिता ने कहा कातला होए, हिरदे विच की सोच दरड़ाई होई है। नौवें पिता ने कहा कातला होए, हिरदे विच की सोच दरड़ाई होई है। तैनू कतल दा हुक्म है, कतल कर तू। कतल गाह क्यों ठंडड़ी पाई होई है। मेरा जिगर दा टुकड़ा भाई दयाला, मेरे जिगर दा टुकड़ा भाई सती दास, मेरे जिगर दा टुकड़ा भाई मती दास शहादतां दे के कतलगाह नूं गर्म कर गए ने। नौवें पिता ने कहा कातला होए, हिरदे विच की सोच दरड़ाई होई है। तैनू कतल दा हुक्म है, कतल कर तू। कतल गाह क्यों ठंडड़ी पाई होई है। सानू मौत दा डर नहीं हो मूलों लगे। असी मौत तां आप खड़ाई होई है। पंजवें पातशाह ने तत्ती तवी ते बैठ सानू शहीदी दी गुड़ती पलाई हुई है। असी तो शहीदी दियां गुड़तियां पहला तो ही पीतियां हुई ने। तू केड़ी मौत दा डर देना। जदों इहो जे दृढ़ता वाले बोल सुने, अगे हुण कातल कहंदा है, जलाद कहंदा है। इहदा नाम सी जलालुद्दीन। ये समाणे दा रहण वाला सी। समाणा जिहड़ा पटियाले दे लागे है। समाणे दे विच बहुत जलाद सन। अग्यों जलाद कहंदा है, हुण अगों कहा जलाद ने, सुन बाबा एक शब्द तो मुखों अलारिया है। अगों कहा जलाद ने, सुन बाबा एक शब्द तो मुखों अलारिया है। जानी जान है तो जिद नूं जान भी दे।
ਜਾਣ ਬੁੱਝ ਕੇ ਕਿਉਂ ਜਾਨ ਗਵਾ ਰਿਆਂ ਏ? ਆਖੇ ਲੱਗ ਕੇ ਜਿਨ੍ਹਾਂ ਬ੍ਰਹਮਣਾਂ ਦੇ ਰੌਲਾ ਤਿਲਕ ਜੰਜੂ ਦਾ ਪਾ ਰਿਆਂ ਏ, ਉਹ ਇਹਨਾਂ ਵਕਤ ਕਟਾਉਣਾ ਨਹੀਂ ਤੇਰਾ, ਜਿਨ੍ਹਾਂ ਪਿੱਛੇ ਤੂੰ ਸੀਸ ਕਟਵਾ ਰਿਆਂ ਏ। ਇਹਨਾਂ ਤੇਰਾ ਵਕਤ ਵੀ ਨਹੀਂ ਕਟਾਉਣਾ ਜਿਨ੍ਹਾਂ ਪਿੱਛੇ ਤੂੰ ਸੀਸ ਕਟਵਾਉਣ ਲੱਗਿਆ। ਜਦ ਵੀ ਐਸਾ ਜ਼ਿਕਰ ਆਉਂਦਾ ਹੈ, ਮੈਂ ਹਰ ਵਾਰੀ ਉਹ ਇਤਿਹਾਸ ਦਾ ਪੰਨਾ ਨਾਲ ਜੋੜ ਕੇ ਸੰਗਤ ਦੇ ਸਨਮੁਖ ਰੱਖਣਾ ਹੈ। ਜਦੋਂ ਸਾਹਿਬਜ਼ਾਦੇ ਪਾਪੀ ਗੰਗੂ ਦੇ ਘਰ ਗਏ ਸਨ ਤੇ ਉਹ ਵਕਤ ਬਿਨਾਂ ਕਟਾ ਸਕਿਆ ਜਿਹਦੀ ਖਾਤਰ ਗੁਰੂ ਨੇ ਸੀਸ ਕਟਵਾਇਆ ਸੀ। ਆਖਰ ਉਹ ਵਕਤ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਕ ਕੋਤਵਾਲੀ ਦੇ ਸਾਹਮਣੇ ਬਿਰਾਜੇ ਹੋਏ ਨੇ। ਉਸ ਵਕਤ ਦੇ ਬਹੁਤਾਤ ਲੋਕ ਦੂਰ ਤੱਕ ਖਲੋਤੇ ਉਹ ਵੇਖ ਰਹੇ ਨੇ। ਕਾਜੀ ਨੇ ਕੁਝ ਗੱਲਾਂ ਕੀਤੀਆਂ, ਜਲਾਲੂਦੀਨ ਨੇ ਕੁਝ ਗੱਲਾਂ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਦੀ ਦ੍ਰਿੜਤਾ ਦੇਖ ਕੇ ਪਤਾ ਉਹਨਾਂ ਨੂੰ ਲੱਗ ਗਿਆ ਸੀ, ਜਿਹਦੇ ਸਿੱਖ ਸਿਦਕ ਨਿਭਾ ਗਏ ਉਹ ਗੁਰੂ ਆਮ ਥੋੜਾ ਹੋਏਗਾ। ਆਖਰ ਉਸ ਪਾਪੀ ਜਲਾਲੂਦੀਨ ਦੀ ਤਲਵਾਰ ਚੱਲੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਗਈ। ਧੜ ਇੱਕ ਪਾਸੇ ਹੈ, ਸੀਸ ਇੱਕ ਪਾਸੇ ਹੈ। ਰੱਬ ਜਾਣੇ ਉਦੋਂ ਤਰਦੀ ਅੱਖਾਂ ਨੇ ਕਿਵੇਂ ਵੇਖਿਆ ਹੋਵੇਗਾ। ਔਰੰਗਜ਼ੇਬ ਨੇ ਇੱਕ ਐਲਾਨ ਕੀਤਾ ਸੀ ਭਈ ਹਾਕਮ ਦੇ ਬਾਗੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਤੇ ਟੰਗਣੇ ਨੇ। ਦਿੱਲੀ ਦੇ 4 ਦਰਵਾਜ਼ੇ ਨੇ, ਇੱਕ ਦਿੱਲੀ ਗੇਟ, ਇੱਕ ਲਾਹੌਰੀ ਗੇਟ, ਇੱਕ ਅਜਮੇਰੀ ਗੇਟ, ਇੱਕ ਕਸ਼ਮੀਰੀ ਗੇਟ। 4 ਦਰਵਾਜ਼ੇ ਨੇ ਦਿੱਲੀ ਦੇ। ਇੰਡੀਆ ਗੇਟ ਨਹੀਂ, ਯਾਦ ਰੱਖਿਓ। ਇੰਡੀਆ ਗੇਟ ਤਾਂ ਗੋਰੇ ਦੇ ਆਉਣ ਤੇ ਉਹਨਾਂ ਨੇ ਵਾਇਸਰਾਏ ਦੇ ਆਉਣ ਦੇ ਉੱਤੇ ਉਹਦੀ ਆਮਦ ਵਿੱਚ ਬਣਾਇਆ ਸੀ, ਇੱਕ ਵੱਖਰਾ ਪੱਖ ਹੈ। ਪਰ ਜਿਹੜੇ ਦਿੱਲੀ ਦੇ 4 ਦਰਵਾਜ਼ੇ ਨੇ ਉਹ ਇੱਕ ਦਿੱਲੀ ਦੇ ਨਾਂ ਤੇ ਹੈ, ਦਿੱਲੀ ਗੇਟ, ਅਜਮੇਰੀ ਗੇਟ, ਕਸ਼ਮੀਰੀ ਗੇਟ, ਲਾਹੌਰੀ ਗੇਟ। ਇਹ ਐਲਾਨ ਹੋਇਆ ਹੈ। ਇਹਨੂੰ ਗੱਲ ਨੂੰ ਆਪਾਂ ਇੱਥੇ ਹੀ ਛੱਡਨੇ। ਦੂਜੇ ਪਾਸੇ ਦਿੱਲੀ ਦੇ ਵਿੱਚ ਦਿਲਵਾਲੀ ਮੁਹੱਲੇ ਦੇ ਵਿੱਚ ਇੱਕ ਧਰਮਸ਼ਾਲਾ ਹੈ। ਉਹਨੂੰ ਭਾਈ ਨਾਨੂ ਦੀ ਧਰਮਸ਼ਾਲਾ ਵੀ ਕਹਿੰਦੇ ਨੇ, ਉਹਨੂੰ ਭਾਈ ਕਲਿਆਣੀ ਦੀ ਧਰਮਸ਼ਾਲਾ ਵੀ ਕਹਿੰਦੇ ਨੇ। 2 ਨਾਂ ਆਏ ਨੇ। ਭਾਈ ਨਾਨੂ ਸ਼ਿੰਬੇ ਪਰਿਵਾਰ ਵਿੱਚੋਂ ਸੀ, ਚੇਤੇ ਰੱਖਿਓ। ਇਸ ਭਾਈ ਨਾਨੂ ਜੀ ਨੇ ਅਤੇ ਭਾਈ ਕਲਿਆਣਾ ਜੀ ਨੇ, ਇਹਨਾਂ ਦੇ ਘਰ ਇੱਕ ਮੀਟਿੰਗ ਹੋਈ। ਉਸ ਮੀਟਿੰਗ 'ਚ ਨੇ ਭਾਈ ਉਦੈ ਸਿੰਘ, ਭਾਈ ਨਾਨੂ ਸਿੰਘ ਜੀ, ਉਹ ਇਹ ਨਾਂ ਬਾਅਦ ਵਿੱਚ ਉਹਨਾਂ ਦਾ ਨਾਂ ਸਿੰਘ ਪਿਆ। ਭਾਈ ਨਾਨੂ ਜੀ ਉਸ ਮੀਟਿੰਗ ਵਿੱਚ ਨੇ ਭਾਈ ਉਦੈ ਸਿੰਘ इत्यादि को गुरु के सिख ने, जड़ा खास गुरु का सिख है, उन्होंने बुलाया गया दिल्ली तो। उहदा नाम है भाई लखी शाह बनजारा। लखी शाह बनजारे दे 3 पुत ने, भाई गोदू जी, भाई हेमू जी ते भाई नगाइया जी। ਇਹ 5-7 सिख बैठ के उस धर्मशाला विच एक मीटिंग करते हैं। ये है सिक्खी प्यारियो। मीटिंग करते ने भी एडी वड्डी हुकूमत का मालिक एक ऐलान करता है, अज शहादत हुई है ते अज दी रात है साडे कोल
कल गुरु तेग बहादुर साहब जी की काया के 4 टुकड़े करके ते उस पापी ने दिल्ली के 4 दरवाजियां ते टंगने ने, ते असीं उहदे हत्थ एक भी टुकड़ा नहीं जे होण देना। शहादत नहीं सी रोक सकते, क्योंकि गुरु तेग बहादुर साहब की हुक्म रजाई सी। वो तो नहीं रोक सकते सी, पर यह नहीं होण देंगे भी दिल्ली दे विच 4 टुकड़े करके वो पापी 4 दरवाजियां ते टंग दवे। सोच के देखो जुरत किड्डी होएगी। मैं हैरान होना, साडा इतिहास किन्ना दागी कर दिता। किड्डी वड्डी हुकूमत नाल टक्कर लैण लई तैयार होए ने। विचार बनी भी आपां किवें करिए। ते भाई लखी शाह ने गल कही भी आपां इवें करांगे, जमुना दे किनारे मेरा काफला रुकिया होया। ये बहुत वड्डा व्यापारी सी। अज मेरे व्यापार का टांडा उन्होंने कहते हैं, जिहड़े इंडिया च टांडे बस पिंडां दे नां ने ना, शहरां दे नां ने टांडे, वो टांडे उही ने जदों व्यापारी आके जिथे टिकाणा बना के रुकते सन उन्होंने टांडा कहते सन। काफला कहन लगे मेरा टांडा इत्थे रुकिया होया है, ते उहदे विचों 500 गड्ढा है। 500 गड्ढा, ते याद रखियो जे एक गड्ढे नूं 2 बैल जुड़ते हैं। कहन लगे 500 गड्ढा इत्थे रुकिया होया है, मैं 500 का 500 गड्ढा लेके इत्थों दी लंघांगा ते धूड़ उड़ेगी। कुछ मालिक कृपा करेगा, उहदे चरणों च अरदास करिए, रहमत बरसाएगा। याद रखियो जे गुरु के सिखां ने अरदास करके भाई कल्याणी जी धर्मशाला विचों बेनती करके उत्थों तुर पे ने। हुण जदों 500 गड्ढा लंघण लगा है, उदों धूड़ उड़ी ते कुदरत मेहरबान होई। शिरकियां दी गल रब ने सुनी ते उस वेले हवा चली। हवा दे नाल ओ उड़दी मिट्टी हनेरी वांगू बन गई। ते भाई लखी शाह बनजारे ने गुरु साहब दे धड़ नूं चुक के गड्ढे विच रख लिया। गड्ढे रूह नाल भर के रखे सन पहलां, भई किते लहू दीयां बूंदां, खून दीयां बूंदां पिछे निशानदेही ना छड्ड जाण। लैके लखी शाह बनजारा अपने घर चला गया। तुहाडे चों किसी ने देखिया होवे, दिमाग च बनाओ नक्शा दिल्ली दे चांदनी चौक शीशगंज गुरुद्वारा साहिब दा, ते उठों चल के गुरुद्वारा रकाबगंज साहिब, राय सीना उन्हों इस इलाके का नाम सी। उदों ये बड़े अमीर लोग उत्थे रहिंदे सन, बहुत अमीर इलाका सी उदों। उत्थे तक गड्ढियां दे विच लैके गए। दूजे पासे गुरु क्या सिखा जी कर दे तेरे शिरक नूं वार वार मैं सिजदा करा। भाई जैता वो भी इस उड़ीक विच सी, उन्हें शीश नूं संभालिया। उसे हनेरी का सहारा लेके शीश नूं संभाल के एक अरदास करदे दिलों, सतगुरु जदों कोई तेरी गाथा लिखेगा, जदों कोई तेरा इतिहास लिखेगा, वो भुल्लड़ रो के क्या करनगे भई भाई जेठा शीश लेके आया। सच है पातशाह, मैं तेरा शीश नहीं लेके जाना। अज तेरे चरणों विच अरदास है, तू भाई जेठे नूं आनंदपुर साहिब लेके चल। तू कदे आनंदपुर साहिब तो तुरन लगिया गुजरी नाल वादा करके आया सी, तेनू शहादत दे सबक पढ़ावांगा जदों तू मेरे शीश नूं वेखेंगी। जे तू ना डोली फिर तू कोई भी शहादत देंदियां कदे डोलेंगी नहीं। भाई जैते ने वो शीश सांभिया, वो लैके दिल्ली उसे भाई कल्याणे दी
ਧਰਮਸ਼ਾਲਾ ਵਿੱਚ ਆ ਗਿਆ, ਉੱਥੋਂ ਤਿਆਰੀ ਕਰਕੇ ਅੱਗੇ ਨਿਕਲ ਪੈਂਦੇ ਨੇ। ਇਹ ਇੱਕ ਵੱਖਰਾ ਪੱਖ ਹੈ। ਲੱਖੀ ਸ਼ਾਹ ਵਣਜਾਰਾ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਉਹ ਆਪਣੇ ਨਾਲ ਲੈ ਕੇ ਚਲਾ ਗਿਆ। ਘਰ ਗਿਆ ਹੈ, ਮਨ ਵਿੱਚ ਵਿਚਾਰ ਹੈ, ਮਨਾ ਕਿਤੇ ਬਾਹਰ ਲਿਜਾ ਕੇ ਸੰਸਕਾਰ ਕੀਤਾ। ਜ਼ਾਲਮਾਂ ਦਾ ਕੀ ਪਤਾ ਹੈ, ਪੂਰਾ ਸੰਸਕਾਰ ਕਰਨ ਵੀ ਨਾ ਦੇਣ, ਗੱਲ ਬਾਹਰ ਨਿਕਲ ਜਾਏ, ਕਿਤੇ ਇਹੋ ਜਿਹਾ ਕਾਰਨ ਨਾ ਬਣ ਜਾਏ। ਅੱਜ ਸਿੱਖੀ ਦੀ ਆਨ ਸ਼ਾਨ ਦੀ ਗੱਲ ਹੈ, ਕਿਤੇ ਐਸਾ ਕਾਰਨ ਨਾ ਬਣ ਜਾਏ ਭਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਕਾਇਆ ਨੂੰ, ਸਰੀਰ ਨੂੰ ਤੇ ਉਹ ਪਾਪੀ ਬੇਅਦਬੀ ਕਰਨ। ਇਸ ਲਈ ਸਤਿਗੁਰਾਂ ਨੇ ਉਸ ਪਾਏ ਹੋਏ ਸਿਦਕ ਪੂਰਨੇ ਨੂੰ ਨਿਭਾਉਣ ਵਾਸਤੇ ਲੱਖੀ ਸ਼ਾਹ ਨੇ, ਦੇਖੋ ਅੱਜ ਵੀ ਤੁਸੀਂ ਦੇਖੋ, ਜਿਹੜਾ ਬੰਦਾ ਅਮੀਰ ਹੈ ਉਹਦੇ ਘਰ ਵਿੱਚ ਹਰ ਚੀਜ਼ ਬੜੀ ਮਹਿੰਗੀ ਹੁੰਦੀ ਹੈ, ਆਮ ਤੇ ਹੁੰਦੀ ਨਹੀਂ। ਉਹਨਾਂ ਦੇ ਘਰ ਵਿੱਚ ਹਰ ਚੀਜ਼ ਬੜੀ ਮਹਿੰਗੀ ਹੁੰਦੀ ਹੈ। ਔਰ ਚੇਤੇ ਰੱਖਿਓ ਜੇ, ਜਦੋਂ ਇਤਨੀਆਂ ਮਹਿੰਗੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹ ਗੁਰੂ ਘਰ ਦੇ ਵਿੱਚੋਂ, ਚੇਤੇ ਰੱਖਿਓ, ਉਹਨਾਂ ਨੂੰ ਅੱਜ ਇਹਦਾ ਸਭ ਤੋਂ ਵੱਧ ਕੀਮਤੀ, ਏਡਾ ਵੱਡਾ ਉਹਨਾਂ ਨੂੰ ਅੱਜ ਕੀਮਤੀ ਦਾਤ ਲੱਭੀ। ਉਹਨਾਂ ਸੋਚਿਓ ਸਭ ਤੋਂ ਵੱਧ ਕੀਮਤੀ ਹੈ, ਇਹ ਤੋਂ ਵੱਧ ਕੀਮਤੀ ਕੀ ਹੋ ਸਕਦਾ ਹੈ। ਅੱਜ ਉਹਨੇ ਪਰਵਾਹ ਨਾ ਮੰਨੀ, ਆਪਣੇ ਘਰ ਦਾ ਹੀ ਫਰਨੀਚਰ ਇਕੱਠਾ ਕੀਤਾ। ਫਰਨੀਚਰ ਇਕੱਠਾ ਕਰਕੇ ਚੰਗੀ ਤਰ੍ਹਾਂ ਤੇ ਉਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਾਇਆ, ਸਰੀਰ ਨੂੰ, ਪਾਵਨ ਨੂੰ ਉੱਤੇ ਰੱਖ ਕੇ ਕੋਲ ਖਲੋ ਕੇ ਅਰਦਾਸ ਕੀਤੀ, ਦਾਤਿਆ ਕਿਤੇ ਵਕਤ ਹੁੰਦਾ ਸ਼ਾਇਦ ਚੰਦਨ ਵੀ ਥੋੜਾ ਪੈ ਜਾਂਦਾ, ਮੈਂ ਇਹੋ ਜਿਹੀ ਭਾਵਨਾ ਨਾਲ ਸੰਸਕਾਰ ਕਰਦਾ, ਪਰ ਅੱਜ ਹਾਲਾਤ ਐਸੇ ਨੇ, ਹਾਲਾਤ ਐਸੇ ਨੇ। ਆਪਣੇ ਘਰ ਨੂੰ, ਪਰਿਵਾਰ ਨੂੰ ਬਾਹਰ ਕੱਢ ਕੇ ਘਰ ਨੂੰ ਅੱਗ ਲਾ ਦਿੱਤੀ। ਲਾਟਾਂ ਉੱਠਦੀਆਂ ਨੇ ਅੱਗ ਦੀਆਂ। ਅੰਦਰੋਂ ਪਹਿਲਾਂ ਚੰਗੀ ਤਰ੍ਹਾਂ ਸੰਸਕਾਰ ਕਰ ਲਿਆ, ਸੰਸਕਾਰ ਕਰਕੇ ਅੱਗ ਲਾ ਦਿੱਤੀ ਘਰ ਨੂੰ। ਲਾਟਾਂ ਉੱਠਦੀਆਂ ਨੇ, ਲੋਕ ਦਰਦ ਵੰਡਾਉਣ ਆਉਂਦੇ ਨੇ ਕੋਲ, ਪੁੱਛਦੇ ਨੇ। ਲੱਖੀ ਸ਼ਾਹ ਫੁੱਟ ਫੁੱਟ ਕੇ ਰੋ ਰਿਹਾ ਹੈ, ਕਿਸੇ ਨੂੰ ਕੀ ਪਤਾ ਕੀ ਕਾਰਨ ਬਣਿਆ। ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲ ਨੇ, ਬੜੀ ਤਵੱਜੋ ਦੇ ਕੇ ਸਮਝਿਓ ਜੀ। ਉਹ ਦੋ ਸ਼ਾਹਾਂ ਦੀ ਗੱਲ ਕਰਦਾ ਹੈ, ਇੱਕ ਮੱਖਣ ਸ਼ਾਹ ਲੁਬਾਣੀ ਦੀ, ਇੱਕ ਲੱਖੀ ਸ਼ਾਹ ਵਣਜਾਰੇ ਦੀ। ਉਹ ਕਹਿੰਦਾ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਇੰਜ ਪ੍ਰਗਟਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਇੰਜ ਪ੍ਰਗਟਾਇਆ। ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਉੱਚੇ ਚੜ੍ਹ ਕੇ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਇੰਜ ਲੁਕਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਇੰਜ ਲੁਕਾਇਆ। ਆਪਣੇ ਘਰ ਨੂੰ ਆਪਣੇ ਹੱਥੀਂ ਆਪਣੇ ਗੁਰੂ ਲਈ ਲਾਂਬੂ ਲਾਇਆ। ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ। ਤੈਨੂੰ ਪ੍ਰਗਟ ਕਰਨ ਵਾਲਾ ਵੀ ਸ਼ਾਹ ਹੈ, ਤੈਨੂੰ ਘਰ ਵਿੱਚ ਰੱਖ ਕੇ ਛੁਪਾ ਲੈਣ ਵਾਲਾ ਵੀ ਸ਼ਾਹ ਹੈ। ਲੱਖੀ ਸ਼ਾਹ ਵਣਜਾਰੇ ਨੇ ਆਪਣਾ ਘਰ ਫੂਕ ਲਿਆ। ਲੋਕ ਕਹਿੰਦੇ ਨੇ ਘਰ ਛੱਡ ਗਿਆ, ਪਰ ਘਰ ਤੇ ਇਹੋ ਜਿਹਾ ਬਣ ਗਿਆ ਜਿਹਨੂੰ ਸਾਰਾ ਸੰਸਾਰ ਜਾ ਕੇ ਨਮਸਕਾਰਾਂ ਕਰਦਾ ਹੈ।
ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਯਾਦ ਰੱਖਿਓ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਵਾਲੀ ਥਾਂ ਹੈ। ਇਹ ਲੱਖੀ ਸ਼ਾਹ ਬਣਜਾਰੇ ਦਾ ਘਰ ਸੀ। ਮੈਂ ਗੱਲ ਅੱਗੇ ਤੋਰਨੀ ਚਾਹੁੰਦਾ। ਇੱਕ ਸਵਾਲ ਸੁਭਾਵਿਕ ਹੀ ਸਾਡੇ ਮਨਾਂ ਵਿੱਚ ਆਉਣਾ ਚਾਹੀਦਾ ਹੈ। ਕੁਝ ਸਮਾਂ ਪਹਿਲਾਂ 11 ਸਾਲਾਂ ਦੀ ਸਾਰੀ ਕਹਾਣੀ ਹੈ। 1664 ਵਿੱਚ ਇਸੇ ਦਿੱਲੀ ਵਿੱਚ ਇੱਕ ਗੁਰੂ ਦਾ ਸੰਸਕਾਰ ਹੋਇਆ ਸੀ। ਉਸ ਗੁਰੂ ਦਾ ਨਾਂ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਜੇ ਉਹਦਾ ਸੰਸਕਾਰ ਉੱਥੇ ਹੋ ਸਕਦਾ ਹੈ ਤੇ 11 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਉੱਥੇ ਕਿਉਂ ਨਹੀਂ ਹੋ ਸਕਦਾ? ਕੇਵਲ ਜਦੋਂ ਧੜ ਚੁੱਕ ਕੇ ਲੈ ਕੇ ਗਏ ਉਦੋਂ ਸੀਸ ਵੀ ਚੁੱਕ ਲੈ ਜਾਂਦੇ। ਗੁਰੂ ਤੇਗ ਬਹਾਦਰ ਸਾਹਿਬ, ਤੇਰਾ ਸੰਸਕਾਰ ਵੀ 2 ਥਾਵਾਂ ਤੇ ਹੋਇਆ, ਧੜ ਦਾ ਸੰਸਕਾਰ ਦਿੱਲੀ ਹੋ ਰਿਹਾ ਹੈ, ਸੀਸ ਦਾ ਸੰਸਕਾਰ ਕਿੱਥੇ ਜਾ ਕੇ ਆਨੰਦਪੁਰ ਸਾਹਿਬ ਹੋ ਰਿਹਾ। ਜਿੱਥੇ ਧੜ ਦਾ ਸੰਸਕਾਰ ਕੀਤਾ ਉੱਥੇ ਸੀਸ ਦਾ ਵੀ ਕਰ ਦਿੰਦੇ। ਜੇ ਧੜ ਚੁੱਕ ਕੇ ਸੀਸ ਚੁੱਕਿਆ ਸੀ ਤੇ ਧੜ ਚੁੱਕ ਕੇ ਵੀ ਆਨੰਦਪੁਰ ਸਾਹਿਬ ਲੈ ਆਉਂਦੇ, ਹੋਰ 4 ਸਿੱਖ ਲੱਗ ਜਾਂਦੇ। ਨਹੀਂ, ਯਾਦ ਰੱਖਿਓ, ਉਦੋਂ ਵੀ ਇੱਕ ਸੁਨੇਹਾ ਸੀ, ਬਹੁਤ ਕਮਾਲ ਦਾ ਸੁਨੇਹਾ। ਸਿੱਖੀ ਜਿਹੜੀ ਹੈ ਉਹ ਦੇਹੀ ਦੀ ਪੂਜਾ ਨਹੀਂ ਕਰਦੀ। ਦੇਹੀ ਦਾ ਸੰਸਕਾਰ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਦਿੱਲੀ 'ਚ ਹੋ ਸਕਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੇਹੀ ਦਾ ਸੰਸਕਾਰ ਵੀ ਦਿੱਲੀ ਹੋ ਸਕਦਾ, ਕੋਈ ਗੱਲ ਨਹੀਂ। ਪਰ ਜੇ ਕਿਤੇ ਅੱਜ ਸੀਸ ਦਿੱਲੀ ਰਹਿ ਗਿਆ ਨਾ ਤੇ ਸਿੱਖੀ ਦੀ ਸੋਚ ਦਿੱਲੀ ਦੀ ਗੁਲਾਮ ਹੋ ਜਾਏਗੀ। ਸੋਚ ਨੂੰ ਤੇ ਆਜ਼ਾਦੀ ਦੀ ਖਾਤਰ ਤੇ ਸ਼ਹੀਦੀ ਦਿੱਤੀ ਹੈ। ਇਹ ਆਜ਼ਾਦ ਸੋਚ ਮੁੜ ਆਨੰਦਪੁਰ ਸਾਹਿਬ ਜਾਏਗੀ। ਇਹ ਆਜ਼ਾਦ ਸੋਚ ਦਿੱਲੀ ਦੀ ਗੁਲਾਮ ਨਹੀਂ ਹੋਵੇਗੀ। ਇਹ ਵਕਤ ਦੇ ਹਾਕਮਾਂ ਦੀ ਗੁਲਾਮ ਨਹੀਂ ਹੋਵੇਗੀ। ਜਿਹੜਾ ਸੱਚ ਕਹਿੰਦਾ ਉਹਦੇ ਨਾਲ ਹੀ ਖਲੋਵੇਗੀ। ਤੋ ਉਹ ਸੀਸ ਲੈ ਕੇ ਭਾਈ ਜੈਤਾ ਦਿੱਲੀ ਵੱਲ ਤੁਰਿਆ। ਉਹ ਇੱਕ ਗੱਲ ਸਪਸ਼ਟ ਹੈ, ਇਸੇ ਕਾਰਨ ਕਰਕੇ ਇਸੇ ਕੀ ਸ਼ੀਸ਼ ਵਾਲੀ ਇਸੇ ਕੀ ਸੋਚ ਵਿੱਚੋਂ ਖਾਲਸਾ ਸਾਜਿਆ ਗਿਆ। ਦੂਜੀ ਬੇਨਤੀ ਕਰਦੇ ਹਾਂ, ਸਮਾਂ ਹੋ ਗਿਆ। ਇਹ ਗੱਲ ਚੇਤਾ ਰੱਖਿਓ ਆਪਣੇ ਜੀਵਨ ਵਿੱਚ। ਔਰੰਗਜ਼ੇਬ ਨੇ ਕਿਤਨੇ ਕਤਲ ਕੀਤੇ, ਕਿਤਨੇ ਜ਼ੁਲਮ ਕੀਤੇ, ਪਰ ਗੁਰੂ ਗੋਬਿੰਦ ਸਿੰਘ ਦੀ ਕਲਮ ਦੇ ਲਿਖੇ ਹੋਏ ਬਚਨਾਂ ਨੇ ਉਹਨੂੰ ਅੰਦਰੋਂ ਇਹੋ ਜਿਹਾ ਕੰਬਾ ਕੇ ਰੱਖ ਦਿੱਤਾ ਤੇ ਉਹ ਇਹ ਕਹਿ ਕੇ ਗਿਆ ਆਪਣੇ ਪਰਿਵਾਰ ਨੂੰ, ਮੇਰੀ ਕਬਰ ਉੱਥੇ ਬਣਾਇਓ ਜਿੱਥੇ ਨੇੜੇ ਕੋਈ ਦਰਖਤ ਬਿਨਾ ਹੋਵੇ, ਮੈਨੂੰ ਕੋਈ ਹੱਕ ਨਹੀਂ, ਮੈਂ ਇਤਨੇ ਜ਼ੁਲਮ ਕੀਤੇ ਨੇ। ਯਾਦ ਰੱਖਿਓ, ਇਸੇ ਤਰ੍ਹਾਂ ਜਦੋਂ ਉਹ ਕਾਜ਼ੀ ਅਬਦੁਲ ਵੋਰਾ ਉਹਦਾ ਨਾਂ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦੇਖਦਾ ਹੈ, ਦੂਜੇ ਦਿਨ ਘਰ ਜਾ ਕੇ ਉਹਨੂੰ ਅਧਰੰਗ ਹੋ ਜਾਂਦਾ ਹੈ। ਕਈ ਵਿਦਵਾਨ ਉਸੇ ਰਾਤ ਨੂੰ ਲਿਖਦੇ ਨੇ, ਇਹ ਬੜੀ ਧਿਆਨ ਦੇਣ ਯੋਗ ਬਾਤ ਹੈ। ਕਾਜ਼ੀ ਅਬਦੁਲ ਵੋਰਾ ਤੇ ਉਹ ਸਜ਼ਾ ਦੇ ਕੇ, ਸ਼ਹਾਦਤ ਦੇਖ ਕੇ ਤੇ ਇਤਨਾ ਪਰੇਸ਼ਾਨ ਹੁੰਦਾ ਹੈ, ਉਹ ਘਰ ਜਾ ਕੇ ਬਿਮਾਰ ਪੈ ਗਿਆ ਤੇ ਮੁੜ ਬੈੱਡ ਤੋਂ ਨਹੀਂ ਉੱਠ ਸਕਿਆ। 15 ਦਿਨ ਗੁਜ਼ਰੇ, ਤੜਫ ਤੜਫ ਕੇ 15ਵੇਂ ਦਿਨ ਆਪਣੀ ਜਾਨ ਦੇ ਕੇ ਚਲਾ ਗਿਆ। ਇੱਕ ਪੱਖ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਚਾਹੁੰਦਾ, ਉਹਨੂੰ ਵੀ ਤਵੱਜੋ ਦੇ ਕੇ ਸਮਝਿਓ।
ਮਾਫ ਕਰਿਓ, ਇਹ ਇਤਿਹਾਸ ਤੁਹਾਨੂੰ ਖੁਦ ਨੂੰ ਸੁਧਾਰਨਾ ਪੈਣਾ, ਸਾਡਾ ਕਿਸੇ ਨਹੀਂ ਸੁਧਾਰਨਾ। ਸਾਨੂੰ ਖੁਦ ਨੂੰ ਇਹ ਸੁਧਾਰਨਾ ਪੈਣਾ। ਇਹ ਗੱਲ ਬੜੀ ਵੱਡੀ ਪ੍ਰਗਟ ਕੀਤੀ ਜਾਂਦੀ ਹੈ ਭਈ ਉਦੋਂ ਸਿੱਖ ਇੰਨੇ ਡਰ ਗਏ, ਕੋਈ ਅੱਗੇ ਨਹੀਂ ਆਇਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ, ਮੈਂ ਇਹੋ ਜਿਹਾ ਖਾਲਸਾ ਸਾਜਾਂਗਾ ਜਿਹੜਾ ਨਿਆਰਾ ਦਿਸੇਗਾ। ਮੈਨੂੰ ਮਾਫ ਕਰਿਓ, ਜਦੋਂ ਆਪਾਂ ਗੁਰਮਤਿ ਦੀ ਕਸਵੱਟੀ 'ਤੇ ਪਰਖਨੇ ਆ ਤੇ ਪਹਿਲੀਆਂ 9 ਪਾਤਸ਼ਾਹੀਆਂ ਦਾ ਤਿਆਰ ਕੀਤਾ ਹੋਇਆ ਸਿੱਖ ਸੀ ਨਾ ਜਿਹੜਾ, ਉਹ ਡਰਦਾ ਨਹੀਂ ਸੀ। ਉਹ ਤਾਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤਾਂ ਦਿੰਦਾ ਹੈ, ਉਹ ਡਰਿਆ ਨਹੀਂ। ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ 10ਵੇਂ ਪਾਤਸ਼ਾਹ ਤੱਕ 9ਵੇਂ ਪਾਤਸ਼ਾਹ ਤੱਕ ਤਿਆਰ ਹੋਇਆ ਸੀ, ਉਹ ਤਾਂ ਸੀਸ ਲੈ ਗਿਆ ਚੁੱਕ ਕੇ, ਉਹ ਡਰਿਆ ਨਹੀਂ। ਉਹ ਤਾਂ ਗੁਰੂ ਦਾ ਧੜ ਲੈ ਗਿਆ ਚੁੱਕ ਕੇ, ਉਹ ਡਰਿਆ ਨਹੀਂ। ਸਕੀਮ ਸੀ, ਇਹ ਵਿਚਾਰ ਸੀ ਸਾਰੀ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਔਰੰਗਜ਼ੇਬ ਦੇ ਉੱਤੇ 3 ਹਮਲੇ ਹੋਏ, ਤਿੰਨੇ ਗੁਰੂ ਕੇ ਸਿੱਖਾਂ ਨੇ ਕੀਤੇ ਨੇ। ਇੱਕ ਜਾਮਾ ਮਸਜਿਦ ਨੂੰ ਜਾ ਰਿਹਾ ਹੈ ਤੇ ਉਹਦੇ ਇੱਟ ਮਾਰੀ, ਇੱਕ ਵਾਰੀ ਤਲਵਾਰ ਨਾਲ ਉਹਦੇ ਤੇ ਵਾਰ ਕੀਤਾ। ਇਹ ਗੱਲ ਵੱਖਰੀ ਵੀ ਉਹ 3 ਵਾਰੀ ਬਚ ਗਿਆ, ਇਹ ਵੱਖਰਾ ਪੱਖ ਹੈ। ਔਰ ਤਿੰਨੇ ਗੁਰੂ ਕੇ ਸਿੱਖਾਂ ਨੂੰ ਉਦੋਂ ਜੇਲ੍ਹ ਵਿੱਚ ਕੀਤਾ ਗਿਆ। ਪਰ 3 ਵਾਰੀ ਔਰੰਗਜ਼ੇਬ ਤੇ ਹਮਲਾ ਕਰਨਾ, ਔਰੰਗਜ਼ੇਬ ਨੂੰ ਪਤਾ ਲੱਗ ਗਿਆ ਸੀ ਵੀ ਜਿਹੜੇ ਸਿੱਖ ਨੂੰ ਮੈਂ, ਜਿਹੜੀ ਸਿੱਖੀ ਨੂੰ ਮੈਂ ਦਬਾਉਣਾ ਚਾਹੁੰਦਾ, ਇਹ ਉਹ ਸਿੱਖੀ ਨਹੀਂ ਹੈ ਜਿਹੜੀ ਘਰਾਂ 'ਚ ਬੈਠ ਕੇ ਮੰਤਰ ਪੜ੍ਹੇਗੀ। ਇਹ ਉਹ ਸਿੱਖੀ ਹੈ ਜਿਹੜੀ ਹਾਕਮ ਦੇ ਹਿੱਕ ਵਿੱਚ ਆ ਕੇ ਵੱਜਿਆ ਕਰੇਗੀ, ਇਹ ਕਦੇ ਭੈ ਨਹੀਂ ਮੰਨੇਗੀ। ਇਸ ਲਈ ਸਾਨੂੰ ਇਹ ਇਤਿਹਾਸ ਮਾਣ ਮੱਤਾ ਇਹ ਨਹੀਂ ਕਹਿਣਾ ਚਾਹੀਦਾ ਵੀ ਸਿੱਖ ਡਰ ਗਏ ਸਨ। ਸਿੱਖਾਂ ਨੂੰ ਉਦੋਂ ਸਾਹਮਣੇ ਆਉਣਾ ਹੀ ਨਹੀਂ ਸੀ, ਉਸੇ ਤਰ੍ਹਾਂ ਦੀ ਵਿਚਾਰ ਬਣਾਈ ਹੋਈ ਸੀ। ਜਿਹੜੀ ਬੇਨਤੀ ਕਰਨ ਲੱਗਾ ਸਾਂ ਉਹਨੂੰ ਧਿਆਨ ਨਾਲ ਸੁਣਿਓ ਆਪਣੇ ਜੀਵਨ ਅੰਦਰ। ਗੁਰੂ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ। ਭਾਈ ਜੈਤਾ ਸੀਸ ਲੈ ਕੇ ਤੁਰਿਆ ਤੇ ਉਹ ਪਹਿਲੇ ਪੜਾਅ, ਇਹਨੇ 5 ਪੜਾਅ ਕੀਤੇ ਨੇ ਭਾਈ ਜੈਤੇ ਨੇ। ਪਹਿਲਾ ਪੜਾਅ ਦਿੱਲੀ ਤੋਂ ਲੈ ਕੇ, ਜਦੋਂ ਕਿਤੇ ਤੁਸੀਂ ਆਉਂਦੇ ਹੋਵੋ, ਦਿੱਲੀ ਤੋਂ ਤੁਰ ਕੇ ਕਰਨਾਲ ਦੇ ਲਾਗੇ ਇੱਕ ਤਰਾਵੜੀ ਨਗਰ ਹੈ। ਮੈਂ ਬੇਨਤੀ ਕਰਾਂਗਾ ਤੁਹਾਨੂੰ, ਜਦੋਂ ਕਦੇ ਪੰਜਾਬ ਦੀ ਧਰਤੀ ਤੇ ਜਾਵੋ ਤਾਂ ਉਹਨਾਂ ਥਾਵਾਂ ਦੇ ਦਰਸ਼ਨ ਜ਼ਰੂਰ ਕਰਿਆ ਕਰੋ। ਇਹ ਤਾਂ ਜਾਂਦੇ ਆ ਦਿੱਲੀ ਦੇ ਰਸਤੇ ਵਿੱਚ ਹੀ ਨੇ। ਜਦੋਂ ਉਹ ਆ ਰਹੇ, ਭਾਈ ਜੱਟੇ ਨੇ 5 ਪੜਾਅ ਕੀਤੇ, ਉਹਨਾਂ ਚੋਂ ਪਹਿਲਾ ਪੜਾਅ ਜਿਹੜਾ ਉਹ ਤਰਾਵੜੀ ਦਾ ਹੈ। ਇਸ ਤੋਂ ਅੱਗੇ ਇਹਦੀ ਮੈਂ ਜਿਹੜੀ ਪੂਰੀ ਡਿਟੇਲ ਹੈ ਉਹ ਤੁਹਾਨੂੰ ਅਗਲੇ ਹਫ਼ਤੇ ਉਹਦੇ ਵਿੱਚ ਸਾਂਝੀ ਕਰਾਂਗਾ। ਹੁਣ ਤੇ ਸਿਰਫ ਮੈਂ ਜ਼ਿਕਰ ਹੀ ਕਰਾਂਗਾ। ਪਹਿਲਾ ਪੜਾਅ ਦਿੱਲੀ ਤੋਂ ਤੁਰ ਕੇ ਤਰਾਵੜੀ, ਇਹ ਲੰਮਾ ਪੜਾਅ ਹੈ, ਇਹ ਕਾਫੀ ਲੰਮਾ ਹੈ, ਤਾਂ ਕਿ ਮੈਂ ਸ਼ੀਸ਼ ਲੈ ਕੇ ਇੱਕ ਵਾਰੀ ਨਿਕਲ ਜਾਵਾਂ। ਤਰਾਵੜੀ ਤੋਂ ਤੁਰ ਕੇ ਦੂਜਾ ਪੜਾਅ ਜਿਹੜਾ ਉਹ ਹੈ ਅੰਬਾਲੇ ਦੀ ਧਰਤੀ ਦੇ ਉੱਤੇ। ਅੱਜ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਮੰਜੀ ਸਾਹਿਬ ਦੇ ਨਾਂ ਤੇ। ਅੰਬਾਲੇ ਤੋਂ ਤੁਰ ਕੇ ਉਸ ਵੇਲੇ ਰੌਲਾ ਪੈ ਗਿਆ ਸੀ ਚਾਰੇ ਪਾਸੇ, ਤੇ ਬਹੁਤ ਹਫੜਾ ਦਫੜੀ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਾਕਮੀ ਉਹ ਲੱਭ ਰਹੇ ਸਨ। ਹੁਣ ਥੋੜ੍ਹੇ ਥੋੜ੍ਹੇ ਪੜਾਅ ਕਰ ਰਹੇ ਨੇ, ਕਿਉਂਕਿ ਰਸਤੇ ਤੋਂ ਟਾਂਡੇ ਮੀਂਡੇ ਹੋ ਕੇ ਜਾਣਾ, ਸਿੱਧੇ ਰਸਤੇ ਨੂੰ ਨਹੀਂ ਸੀ ਆ ਰਿਹਾ ਭਾਈ ਜੈਤਾ ਜੀ। ਅੰਬਾਲੇ ਤੋਂ ਬਿਲਕੁਲ ਥੋੜ੍ਹੀ ਜਿਹੀ ਦੂਰੀ ਉੱਤੇ ਚੰਡੀਗੜ੍ਹ ਵੜਦਿਆਂ ਇੱਕ ਨਗਰ ਦਾ ਨਾਮ ਹੈ ਜ਼ੀਰਕਪੁਰ। ਉਹਦੇ ਨਾਲ ਹੀ ਅੱਜ ਕੱਲ੍ਹ ਏਅਰਪੋਰਟ ਬਣਿਆ ਹੋਇਆ ਥੋੜ੍ਹੀ ਦੂਰੀ ਉੱਤੇ। ਇੱਥੇ ਦਰਗਾਹੀ ਸ਼ਾਹ ਇੱਕ ਮੁਸਲਮਾਨ ਫਕੀਰ ਰਹਿੰਦਾ, ਤੇ ਇੱਥੇ ਵੀ ਇੱਕ ਪੜਾਅ ਭਾਈ ਜੈਤਾ ਕਰਦਾ ਹੈ। ਇਸ ਤੋਂ ਅੱਗੇ ਫਿਰ ਜਿਹੜਾ 5ਵਾਂ ਪੜਾਅ ਹੈ ਉਹ ਸਿੱਧਾ ਕੀਰਤਪੁਰ ਸਾਹਿਬ ਤੇ ਉੱਥੇ ਪਹੁੰਚ ਜਾਂਦਾ ਹੈ। ਇੱਥੋਂ ਆ ਕੇ ਫਿਰ ਸਾਰਾ ਪਰਿਵਾਰ ਜਿਹੜਾ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦਾ ਸੀਸ ਲੈਣ ਵਾਸਤੇ ਆਉਂਦੀਆਂ ਨੇ। ਆਓ ਪਿਆਰਿਓ,
ਆਪਣੇ ਮਨਾਂ ਵਿੱਚ ਇੱਕ ਵਿਚਾਰ ਜ਼ਰੂਰ ਬਣਾਈਏ। ਇਹ ਬੇਨਤੀ ਜ਼ਰੂਰ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ। ਦਾਤਿਆ, ਅੱਜ ਉਸੇ ਜ਼ਾਲਮੀ ਹਕੂਮਤ ਨਾਲ ਫਿਰ ਦੁਬਾਰੀ ਸਿੱਖੀ ਦੀ ਟੱਕਰ ਹੈ। ਉਹ ਮਾਨਵਤਾ ਨੂੰ ਉਜਾੜਨਾ ਚਾਹੁੰਦੀ ਹੈ। ਸਿੱਖੀ ਮਾਨਵਤਾ ਨੂੰ ਆਜ਼ਾਦੀ ਦੇਣਾ ਚਾਹੁੰਦੀ ਹੈ, ਪ੍ਰਗਟ ਕਰਨਾ ਚਾਹੁੰਦੀ, ਸੱਚ ਪ੍ਰਗਟ ਕਰਨਾ ਚਾਹੁੰਦੀ ਹੈ। ਅੱਜ ਉਹ ਫਿਰ ਕਿਸੇ ਦੇ ਅਥਰੂ ਬਹਾਉਣਾ ਚਾਹੁੰਦਾ ਹੈ। ਸਿੱਖੀ ਫਿਰ ਕਿਸੇ ਦੇ ਅਥਰੂ ਪੂੰਝਣਾ ਚਾਹੁੰਦੀ ਹੈ। ਅੱਜ ਉਹ ਫਿਰ ਕਿਸੇ ਦੀਆਂ ਗੋਦੀਆਂ ਖਾਲੀ ਕਰਨਾ ਚਾਹੁੰਦਾ ਹੈ। ਸਿੱਖੀ ਫਿਰ ਕਿਸੇ ਦੇ ਜਵਾਨ ਪੁੱਤਾਂ ਦੀ ਰਾਖੀ ਕਰਨਾ ਚਾਹੁੰਦੀ ਹੈ। ਅੱਜ ਉਹ ਫਿਰ ਸਿਵੇ ਗਰਮ ਕਰ ਰਿਹਾ ਹੈ। ਸਿੱਖੀ ਫਿਰ ਕਿਸੇ ਦੇ ਚੁੱਲ੍ਹੇ ਗਰਮ ਕਰਨਾ ਚਾਹੁੰਦੀ ਹੈ। ਅੱਜ ਉਹ ਫਿਰ ਕਿਸੇ ਨੂੰ ਉਜਾੜ ਰਿਹਾ ਹੈ। ਸਿੱਖੀ ਫਿਰ ਅੱਜ ਉਹਨਾਂ ਦੇ ਘਰ ਵਸਣਾ ਚਾਹੁੰਦੀ ਹੈ। ਪਿਆਰ ਵਾਲਿਓ, ਸਿੱਖੀ ਦਾ ਮਤਲਬ ਇਹ ਨਹੀਂ ਵੀ ਅਸੀਂ ਪੱਗਾਂ ਬੰਨ੍ਹ ਕੇ ਕਿਰਪਾਨਾਂ ਪਾ ਕੇ ਗੁਰਦੁਆਰੇ ਆ ਜਾਈਏ। ਸਿੱਖੀ ਦਾ ਮਤਲਬ ਹੈ ਜੋ ਦੁਨੀਆ 'ਚ ਵਰਤ ਰਿਹਾ ਵਰਤਾਰਾ ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਦਿਲ ਵਿੱਚ ਦਰਦ ਪੈਦਾ ਕਰਕੇ, ਆਪਣੇ ਅੰਦਰ ਇੱਕ ਦਰਦ ਪੈਦਾ ਕਰਕੇ ਤੇ ਉਸ ਦੇ ਵਕਤ ਦੀ ਹਾਂ ਦਾ ਨਾਰਾ ਮਾਰੀਏ। ਜਿਹੋ ਜਿਹੀ ਲੋੜ ਪੈਂਦੀ ਹੈ ਉਹ ਜਿਹਾ ਆਪਣੇ ਜੀਵਨ ਅੰਦਰ ਉਹਨੂੰ ਧਾਰਨ ਕਰਕੇ ਗੁਜ਼ਰੀਏ। ਅੱਜ ਬਹੁਤ ਵੱਡੀ ਲੋੜ ਹੈ ਇਸ ਗੱਲ ਦੀ। ਸਿੱਖੀ ਜਿਹੜੀ ਆ ਉਹ ਅੱਜ ਵੀ ਦਰਦ ਬਣਾਉਂਦੀ ਹੈ ਤੇ ਇਸ ਗੱਲ ਲਈ ਬਹੁਤ ਜ਼ਰੂਰੀ ਹੈ। ਅਸੀਂ ਗੁਰੂ ਦੀ ਸੋਚ ਵਿੱਚੋਂ ਪੈਦਾ ਹੋਏ ਹਾਂ। ਅਸੀਂ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਵਿੱਚੋਂ ਪੈਦਾ ਹੋਏ ਹਾਂ। ਅਸੀਂ ਆਨੰਦਪੁਰ ਦੇ ਵਾਸੀ ਹਾਂ। ਆਨੰਦਪੁਰ ਆਪਣੇ ਆਪ ਨੂੰ ਉਜਾੜ ਲੈਂਦਾ ਹੈ, ਪਰ ਚੇਤਾ ਰੱਖਿਓ ਕਸ਼ਮੀਰ ਨੂੰ ਜਾਂ ਦੂਜਿਆਂ ਨੂੰ ਨਹੀਂ ਉਜੜਨ ਦਿੰਦਾ। ਸਦਾ ਹੀ ਉਹਨਾਂ ਦੀ ਵਫਾਦਾਰੀ ਕਰਦਾ ਹੈ। ਅੱਜ ਦਾ ਹਾਕਮ ਵੀ ਉਹਨੂੰ ਤਦ ਹੀ ਤਾਂ ਸਿੱਖੀ ਦਾ ਮਹਾਨ ਵਿਰਸਾ ਚੁਭਦਾ ਹੈ ਨਾ। ਪ੍ਰੋਫੈਸਰ ਪਿਆਰਾ ਸਿੰਘ ਪਦਮ ਦੇ ਬੜੇ ਕੀਮਤੀ ਬੋਲ ਨੇ। ਉਹ ਕਹਿੰਦੇ ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿਸ ਪੰਜਾਬ ਦੀ ਧਰਤੀ ਤੇ ਵੇਦ ਰਚੇ ਗਏ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿਹੜੀ ਧਰਤੀ ਤੇ ਗੀਤਾ ਰਚੀ ਗਈ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿਸ ਧਰਤੀ ਦਾ ਵਾਰਸ ਸ਼ੇਖ ਫਰੀਦ ਹੈ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿਸ ਧਰਤੀ ਦਾ ਬੁੱਲੇ ਸ਼ਾਹ ਹੋਕਾ ਦੇਣ ਵਾਲਾ ਹੈ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿਹਦਾ ਇੱਕ ਇੱਕ ਚੱਪਾ ਖੂਨ ਦੇ ਸ਼ਹੀਦਾਂ ਨਾਲ ਰੰਗਿਆ ਹੋਇਆ ਹੈ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿੱਥੇ ਸੁਖਮਨੀ ਦੇ ਦਰਿਆ ਵਗਦੇ ਨੇ। ਤੂੰ ਉਸ ਧਰਤੀ ਤੇ ਲੋਰੀਆਂ ਲਈਆਂ ਨੇ ਜਿੱਥੇ ਜਪਜੀ ਸਾਹਿਬ ਦਾ ਵਹਿਣ ਲੋਕਾਂ ਨੂੰ ਸਚਿਆਰ ਬਣਨਾ ਸਿਖਾਉਂਦਾ ਹੈ। ਤੇਰਾ ਵਿਰਸਾ ਬਹੁਤ ਕੀਮਤੀ ਹੈ। ਉਹਨਾਂ ਕੋਲ ਵਿਰਸਾ ਵੀ ਨਹੀਂ ਨਾ, ਉਹਨਾਂ ਕੋਲ ਵਿਰਸਾ ਵੀ ਨਹੀਂ ਹੈ। ਤੇਰੇ ਕੋਲ ਵਿਰਸਾ ਬਹੁਤ ਕੀਮਤੀ ਹੈ। ਇਸ ਲਈ ਗੁਰੂ ਨੇ ਇਹ ਗੱਲ ਸਾਨੂੰ ਸਮਝਾਈ ਹੈ। ਤੇਰੇ ਉੱਤੇ ਡਾਕੇ ਪੈਂਦੇ ਰਹਿਣਗੇ। ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਕੋਈ ਬੇਅਦਬੀ ਨਹੀਂ ਕਰਦਾ, ਕਿਉਂਕਿ ਉਹਨਾਂ ਦੇ ਧਾਰਮਿਕ ਗ੍ਰੰਥ ਜਾਂ ਉਹਨਾਂ ਦੇ ਧਾਰਮਿਕ ਪੁਜਾਰੀ ਜਾਂ ਉਹਨਾਂ ਦੇ ਧਾਰਮਿਕ ਮੁਖੀਏ ਉਹ ਤਾਂ ਚਾਹੁੰਦੇ ਨੇ ਵੀ ਪਸ਼ੂ ਬਿਰਤੀ 'ਚੋਂ ਆਏ ਹੋਏ ਸੰਸਾਰ ਨੂੰ। ਤੇ ਅੱਜ ਫਿਰ ਮੈਂ ਦੁਬਾਰੇ ਉਸੇ ਤਰ੍ਹਾਂ ਗਾਂ ਦੇ ਗੋਬਰ ਵਿੱਚ ਨਵਾ ਦਿਆਂ, ਮੈਂ ਉਸ ਗਾਂ ਦੇ ਪਿਸ਼ਾਬ ਨੂੰ ਪਿਲਾ ਦਿਆਂ ਤੇ ਉਹ ਤੇ ਅਣਖ ਗੈਰਤ ਮਾਰ ਰਿਹਾ ਨਾ। ਉਹਦੇ ਲਈ ਤਾਂ ਸੌਖਾ ਹੈ, ਉਹਦੇ ਲਈ ਤਾਂ ਸੌਖਾ ਹੈ। ਜਿਹਨੇ ਖੰਡੇ ਬਾਟੇ ਦੀ ਪੌਲ ਪੀਤੀ ਉਹਦੇ ਕੋਲੋਂ ਗਾਂ ਦਾ ਮੂਤਰ ਨਹੀਂ ਜੇ ਪੀਤਾ ਜਾਣਾ। ਜਿਹੜਾ ਆਨੰਦਪੁਰ ਦਾ ਵਾਸੀ ਹੈ ਉਹਦੇ ਕੋਲੋਂ ਨਹੀਂ ਜੇ ਗੋਬਰ 'ਚ ਇਸ਼ਨਾਨ ਕਰਿਆ ਜਾਣਾ। ਉਹ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਮੰਗ ਕਰਨ ਵਾਲਾ ਕਿਵੇਂ ਗੋਬਰ 'ਚ ਨਹਾ ਲੇਗਾ? ਉਹਦੇ ਕੋਲੋਂ ਨਹੀਂ ਹੋਣਾ। ਅੱਜ ਫਿਰ ਦੁਬਾਰੇ ਲੋੜ ਹੈ ਭਲਿਓ, ਜਿਹੜੀ ਗੁਰਬਾਣੀ ਰੋਜ਼ ਦਿਹਾੜੇ ਕਦੇ ਆਸਾ ਕੀ ਵਾਰ ਬਣ ਕੇ ਸਾਡੇ ਕਬਾੜ ਖੋਲ੍ਹਦੀ ਹੈ, ਕਦੇ ਗੁਰੂ ਕੀ ਬਾਣੀ ਸੁਖਮਨੀ ਬਣ ਕੇ ਸਾਡੇ ਕਬਾੜ ਖੋਲ੍ਹਦੀ ਹੈ, ਕਦੇ ਅੰਮ੍ਰਿਤਮਈ ਬੋਲਾਂ ਦੇ ਨਾਲ ਸਾਨੂੰ ਸਰਸ਼ਾਰ ਕਰਦੀ ਹੈ, ਅੰਮ੍ਰਿਤ ਦੇ ਵਪਾਰੀ ਬਣਾਉਂਦੀ ਹੈ। ਤੇ ਅੱਜ ਉਹਨਾਂ ਨੂੰ ਨਹੀਂ ਚੰਗਾ ਲੱਗਦਾ
ਸਾਡੇ ਘਰਾਂ 'ਚ ਸੁਖਮਨੀ ਹੋਵੇ, ਸਾਡੇ ਘਰਾਂ 'ਚ ਜਪਜੀ ਹੋਵੇ, ਸਾਡੇ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਹੋਵੇ। ਉਹਨਾਂ ਨੂੰ ਨਹੀਂ ਚੰਗਾ ਲੱਗਦਾ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਬਸੋਆ। ਇਸ ਲਈ ਉਹ ਕੋਸ਼ਿਸ਼ ਕਰ ਰਹੇ ਨੇ ਹਰ ਤਰੀਕੇ ਹਾਕਮਾਂ ਨੂੰ ਸਾਡੀ ਹਿੱਕ 'ਤੇ ਬਿਠਾ ਕੇ ਤੇ ਉੱਥੇ ਇਹੋ ਜਿਹੇ ਕਾਰਨਾਮੇ ਕਰਕੇ ਜਿਹਦੇ ਨਾਲ ਸਿੱਖੀ ਦੀ ਅਣਖ ਤੇ ਗੈਰਤ ਮਿਟ ਜਾਏ। ਸਾਡੇ ਤਾਂ ਗੁਰੂ ਨੇ ਸਾਨੂੰ ਮਾਨਸ ਤੇ ਦੇਵਤੇ ਬਣਾਇਆ ਸੀ। ਅਸੀਂ ਵੀ ਕਹਿੰਦੇ ਹਾਂ ਪਸ਼ੂ ਪ੍ਰੇਤ ਮੁਗਟ ਕੋ ਤਾਰੇ, ਪਾਹਨ ਪਾਰੋ ਤਾਰੇ, ਪਰ ਅਸੀਂ ਪਸ਼ੂਆਂ ਨੂੰ ਪਸ਼ੂਆਂ ਵਾਲੀ ਥਾਂ ਰੱਖਨੇ ਹੈ। ਸਾਡੀ ਮਾਂ ਗਾਂ ਨਹੀਂ ਹੈ, ਸਾਡੀ ਤਾਂ ਮਾਂ ਮਾਤਾ ਸਾਹਿਬ ਕੌਰ ਹੈ, ਜਿਹਦੀ ਗੋਦ ਵਿੱਚੋਂ ਪੈਦਾ ਹੋਏ ਸਿੱਖ ਜਿਹੜੇ ਸਿਦਕ ਨਿਭਾਉਂਦੇ ਨੇ। ਸਾਡਾ ਬਾਪੂ ਕੋਈ ਵਕਤ ਦਾ ਕੋਨਾ ਨਹੀਂ, ਸਾਡਾ ਬਾਪੂ ਤੇ ਧੰਨ ਗੁਰੂ ਗੋਬਿੰਦ ਸਿੰਘ ਹੈ। ਮਾਣ ਨਾਲ ਕਹੀਏ ਸਾਡਾ ਬਾਪੂ ਉਹ ਹੈ ਜਿਹੜਾ 4 ਪੁੱਤਾਂ ਦੀਆਂ ਲਾਸ਼ਾਂ ਦੇ ਕੋਲ ਵੀ ਮੁਸਕਰਾ ਕੇ ਲੰਘ ਜਾਂਦਾ ਹੈ। ਸਾਡਾ ਬਾਪੂ ਉਹ ਹੈ ਜਿਹੜਾ ਸਾਹਮਣੇ ਬਿਠਾ ਕੇ ਸਾਨੂੰ ਕਹਿੰਦਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਟ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੁਸੀਂ ਕਦੇ ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖਿਓ, ਬਾਬਾ ਗੁਰਦਿੱਤਾ ਜੀ ਚੜ੍ਹਾਈ ਕੀਤੇ ਸਹਿਜ ਪਾਠ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦਾ ਸੱਸ ਤੇ ਸਹੁਰਾ ਚੜ੍ਹਾਈ ਕੀਤੇ, ਉਹਨਾਂ ਦੀ ਸਾਲੀ ਤੇ ਸਾਂਢੂ ਚੜ੍ਹਾਈ ਕੀਤੇ, ਉਹਨਾਂ ਦੀ ਘਰਵਾਲੀ ਚੜ੍ਹਾਈ ਕੀਤੀ, ਮਹਿਲ ਚੜ੍ਹਾਈ ਕੀਤੇ ਤੇ ਸਹਿਜ ਪਾਠ ਹੋਏ। ਇਹ ਸਾਡੇ ਕੋਲ ਸਬੂਤ ਨਹੀਂ। ਅੱਜ ਗੁਰੂ ਗੋਬਿੰਦ ਸਿੰਘ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ ਹੋਣ, ਦਮਦਮਾ ਸਾਹਿਬ ਬਾਣੀ ਵੀ ਵਿਚਾਰੀ ਗਈ ਹੋਵੇ, ਤੇ ਉਦੋਂ ਇੱਕ ਸਹਿਜ ਪਾਠ ਨਾ ਗੁਰੂ ਨੇ ਆਪਣੇ ਪੁੱਤਰਾਂ ਲਈ ਕੀਤਾ। ਗੁਰੂ ਪੁੱਤਰਾਂ ਦੀ ਸਹਿਜ ਪਾਠ ਤਾਂ ਕਰਦਾ, ਉੱਥੇ ਕੋਈ ਅਰਦਾਸ ਨਹੀਂ ਹੋਈ ਉਹਨਾਂ ਦੀ। ਗੁਰੂ ਤਾਂ ਕਰਦਾ ਜੇ ਗੁਰੂ ਸਾਡੇ ਚੋਂ ਆਪਣਾ ਅਜੀਤ ਸਿੰਘ ਨਾ ਵੇਖਦਾ ਹੁੰਦਾ। ਗੁਰੂ ਤਾਂ ਕਰਦਾ ਜੇ ਸਾਡੇ ਚੋਂ ਆਪਣਾ ਜੁਝਾਰ ਸਿੰਘ ਨਾ ਵੇਖਦਾ ਹੁੰਦਾ, ਜੇ ਆਪਣਾ ਜ਼ੋਰਾਵਰ ਸਿੰਘ ਨਾ ਵੇਖਦਾ ਹੁੰਦਾ। ਕੱਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੱਕ ਰੋਕ ਨਾ ਲਿਓ। ਮੈਂ ਬੇਨਤੀ ਕਰਾਂ, ਅੱਜ ਬਹੁਤ ਵੱਡੀ ਲੋੜ ਹੈ, ਮੁੜ ਆਪਣਾ ਚਿਹਰਾ ਉਸੇ ਤਰ੍ਹਾਂ ਦਾ ਬਣਾਈਏ ਜਿਹਦੇ ਵਿੱਚੋਂ ਮਤੀ ਦਾਸ ਨਜ਼ਰ ਆਵੇ, ਜਿਹਦੇ ਵਿੱਚੋਂ ਭਾਈ ਸਤੀ ਦਾਸ ਨਜ਼ਰ ਆਵੇ, ਜਿਹਦੇ ਵਿੱਚੋਂ ਅੱਜ ਵੀ ਹਕੂਮਤ ਨੂੰ ਡਰ ਲੱਗੇ ਭਈ ਇਹ ਤਾਂ ਕਿਸੇ ਤੇ ਵੀ ਜ਼ੁਲਮ ਨਹੀਂ ਹੋਣ ਦੇਣਗੇ। ਭਾਵੇਂ ਇਹਦਾ ਤਿਲਕ ਜੰਜੂ ਨਾਲ ਕੋਈ ਵਾਸਤਾ ਨਹੀਂ, ਭਾਵੇਂ ਇਹਦਾ ਮੰਦਰ ਨਾਲ ਕੋਈ ਵਾਸਤਾ ਨਹੀਂ, ਪਰ ਇਹ ਨਹੀਂ ਢਾਉਣ ਦੇਗਾ। ਇਹ ਨਹੀਂ ਕਿਸੇ ਦੇ ਧਰਮ ਦੀ ਉਹ ਹੇਠੀ ਹੋਣ ਦੇਗਾ। ਆਓ ਪਿਆਰਿਓ, ਜਿਸ ਮਾਨਵਤਾ ਦਾ ਪੁਜਾਰੀ ਸਾਨੂੰ ਗੁਰੂ ਨੇ ਬਣਾਇਆ, ਆਪਾਂ ਉਸੇ ਮਾਨਵਤਾ ਦਾ ਦਰਦ ਲੈ ਕੇ ਸਿੱਖੀ ਦੇ ਪਾਏ ਪੂਰਨੀਆਂ, ਸਿੱਖੀ ਦੇ ਪਾਏ ਰਸਤਿਆਂ 'ਤੇ ਚੱਲੀਏ। ਸ਼ਹੀਦਾਂ ਦਾ ਕਰਜ਼ ਸਾਡੇ ਸਿਰ 'ਤੇ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਮੁੱਚੀ ਮਾਨਵਤਾ ਦੇ ਹੱਕਾਂ ਲਈ ਹੈ। ਅੱਜ ਵੀ ਲੋੜ ਹੈ ਉਹ ਹੱਕ ਆਪ ਵੀ ਮਾਣੀਏ ਤੇ ਦੂਜਿਆਂ ਨੂੰ ਵੀ ਹੱਕ ਦਈਏ। ਇਤਨੀਆਂ ਬੇਨਤੀਆਂ ਕਬੂਲ ਕਰਨਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।